ਭਾਗ। ਪੂਰਬਲੇ ਕਰਮ ਸੰਜੋਗੀ ਲੇਖਾਂ ਕਰਕੇ ਵਰਤਮਾਨ ਜਨਮੀ ਭਾਗ ਉਦੇ ਹੁੰਦਾ ਹੈ, ਤਾਂ ਤੇ ਪਿਛਲੇ ਕਾਂਡ ਦੇ ਨਾਲ ਹੀ ਇਸ ਪ੍ਰਥਾਏ ਜ਼ਿਕਰ ਕਰਨਾ ਵੀ ਜ਼ਰੂਰੀ ਹੈ। ਗੁਰਬਾਣੀ ਵਿਖੇ ਜਿੱਥੇ ਕਿਤੇ ਵੀ ਕਰਮ ਪਦ ਭਾਗ ਦੇ ਅਰਥਾਂ ਵਿੱਚ ਆਇਆ ਹੈ, ਤਿਸ ਸੰਬੰਧੀ ਕੁਝ ਕੁ ਵਿਚਾਰ ਨਿਰਣਾ ਕੀਤਾ ਜਾਂਦਾ ਹੈ। ਭਾਗ ਦੇ ਅਰਥਾਂ ਵਾਲੇ ਕਰਮ ਤੋਂ ਆਨਮਤੀਆਂ ਦੀ ਮੁਰਾਦ ਤਾਂ ਦੁਨਿਆਵੀ ਕਰਮ ਭਾਗ ਦੀ ਹੈ, ਪਰੰਤੂ ਗੁਰਮਤ ਅੰਦਰ ਕਰਮ ਪਦ ਦੇ ਭਾਗਾਂ ਵਾਲੇ ਅਰਥ ਮਹਿਜ਼ ਪਰਮਾਰਥੀ ਹਨ। ਕਿਸੇ ਨੂੰ ਦੁਨਿਆਵੀ ਐਸ਼ਵਰਜ ਮਿਲਣਾ ਵੀ ਕੋਈ ਕਰਮ ਭਾਗ ਹੈ। ਰਾਜ ਭਾਗ ਵੀ ਪਰਮਾਰਥੀਆਂ ਗੁਰਮਤ ਪਰਮਾਰਥੀਆਂ ਨਿਕਟ ਕੋਈ ਭਾਗ ਕਿਸਮਤ ਜਾਂ ਕਰਮ ਨਹੀਂ। ਇਹ ਸਭ ਹੇਚ ਕਰਮ ਵਿਭਾਗੀ ਅਰਥ ਹਨ, ਜਿਨ੍ਹਾਂ ਦੀ ਗੁਰਮਤ ਅੰਦਰ ਕੋਈ ਕਦਰ ਕੀਮਤ ਨਹੀਂ, ਕਿਉਂਕਿ ਇਹ ਸਭ 84 ਦੇ ਗੇੜ ਵਿੱਚ ਲੈ ਜਾਣ ਵਾਲੇ ਹਨ, ਜਿਨ੍ਹਾਂ ਦਾ ਸਵਿਸਥਾਰ ਜ਼ਿਕਰ ਲੋੜ ਪਈ ਤਾਂ ਕਿਸੇ ਹੋਰ ਕਾਂਡ ਵਿੱਚ ਕੀਤਾ ਜਾਵੇਗਾ। ਇੱਥੇ ਇਸ ਕਾਂਡ ਵਿਖੇ ਤਾਂ ਗੁਰਮਤ ਦ੍ਰਿੜਮੀ ਪਰਮਾਰਥ ਦੇ ਭਾਵ ਭਾਗ ਅਰਥੀ ਕਰਮ ਪਰਥਾਏ ਕੁਝ ਵਿਚਾਰ ਨਿਰਣਾ ਕਰਨਾ ਉਚਿਤ ਹੈ। ਸੋ ਗੁਰਵਾਕ ਪ੍ਰਮਾਣ ਦੇ ਕੇ ਆਰੰਭ ਕੀਤਾ ਜਾਂਦਾ ਹੈ। ਗੁਰ ਕੈ ਬਚਨ ਜਾਗਿਆ ਮੇਰਾ ਕਰਮ, ਨਾਨਕ ਗੁਰ ਭੇਟਿਆ ਪਾਰ ਬ੍ਰਹਮ। ਗੌੜੀ ਮਹਲਾ ਪੰਜਵਾਂ। ਗੁਰੂ ਨਾਨਕ ਪਾਰ ਬ੍ਰਹਮ ਰੂਪ ਗੁਰੂ ਨਾਨਕ ਇਸ ਕਲੀ ਕਾਲ ਵਿਖੇ ਜਿਨ੍ਹਾਂ ਪ੍ਰਾਣੀਆਂ ਨੂੰ ਆਏ ਮਿਲਿਆ ਹੈ, ਜਿਨ੍ਹਾਂ ਪ੍ਰਾਣੀਆਂ ਨੇ ਜਿਸ ਜਿਸ ਜਗਿਆਸੂ ਨੇ ਪਾਰ ਬ੍ਰਹਮ ਪਰਮੇਸ਼ਰ ਦਾ ਰੂਪ ਸਤਿਗੁਰ ਨਾਨਕ ਭੇਟਿਆ ਹੈ, ਜੋ ਜੋ ਪ੍ਰਾਣੀ ਕਲਯੁਗ ਵਿਖੇ ਗੁਰੂ ਨਾਨਕ ਪਾਰ ਬ੍ਰਹਮ ਦੀ ਸ਼ਰਨਾਗਤ ਆਏ ਹਨ, ਤਿਨਾਂ ਦਾ ਕਰਮ, ਤਿਨਾਂ ਦਾ ਜਨਮ ਦੇ ਸੁੱਤਿਆਂ ਦਾ ਭਾਗ ਜਾਗ ਉੱਠਿਆ ਹੈ, ਕਿਉਂਕਿ ਉਹਨਾਂ ਨੂੰ ਗੁਰੂ ਕੇ ਬਚਨ ਰੂਪੀ ਦੀਖਿਆ ਦੁਆਰਾ ਗੁਰਮੰਤਰ ਮਿਲਿਆ ਹੈ, ਜਿਸ ਦੇ ਕਾਰਨ ਉਹਨਾਂ ਦਾ ਨਿਸਤਾਰਾ ਭਵਜਲ ਤੋਂ ਪਾਰ ਉਤਾਰਾ ਹੋ ਗਿਆ ਹੈ। ਇਦੋਂ ਵੱਡਾ ਕਰਮ, ਇਸ ਤੋਂ ਉੱਚਾ ਭਾਗ ਕਿਸ ਦਾ ਹੋ ਸਕਦਾ ਹੈ? ਜਿਸ ਦਾ ਪਰਲੋਕ ਸਵਰਨ ਦਾ ਪਰਮਾਰਥੀ ਕਰਮ ਸੱਚਾ ਭਾਗ ਸੁਭਾਗ ਖੁੱਲ ਗਿਆ ਹੈ। ਇਹ ਕਰਮ ਸੁਕਰਮੀ ਮਰਾਤਬਾ ਕਿਸੇ ਉੱਚੇ ਕਰਮ ਉੱਚੇ ਭਾਗਾਂ ਵਾਲੇ ਨੂੰ ਹੀ ਮਿਲਦਾ ਹੈ। ਜਿਨ੍ਹਾਂ ਨੂੰ ਪਾਰ ਬ੍ਰਹਮ ਗੁਰੂ ਨਾਨਕ ਦੇ ਭੇਟਣ ਦਾ ਭਾਗ ਸੁਭਾਗੀ ਕਰਮ ਪ੍ਰਾਪਤ ਨਹੀਂ ਹੋਇਆ, ਜਿਨ੍ਹਾਂ ਦਾ ਇਹ ਭਾਗ ਜਾਗਿਆ ਨਹੀਂ, ਉਹ 84 ਦੇ ਗੇੜ ਵਿੱਚ ਹੀ ਫਿਰਦੇ ਰਹਿੰਦੇ ਹਨ। ਤਿਨਾਂ ਦਾ ਆਵਾਗਮਨ ਆਉਣ ਜਾਣ ਕਦੇ ਮੁੱਕਦਾ ਮਿਟਦਾ ਨਹੀਂ। ਜਿਸ ਦਾ ਪੂਰਬਲੇ ਕਰਮਾਂ ਦਾ ਲੇਖਾ ਪਰਖਿਆ ਜਾ ਕੇ ਜੋ ਜਗਿਆਸੂ ਗੁਰਮਤ ਕਸੌਟੀ ਤੇ ਚੜ੍ਹ ਕੇ ਪੂਰਾ ਉਤਰਦਾ ਹੈ, ਉਸ ਦੇ ਉੱਪਰ ਸੱਚੀ ਨਦਰ ਮੇਰ ਹੋ ਜਾਂਦੀ ਹੈ, ਤਾਂ ਉਸ ਦੇ ਪੂਰੇ ਭਾਗ ਖੁੱਲ੍ਹਦੇ ਹਨ। ਇਸ ਬਿਧ ਪੂਰੇ ਭਾਗ ਕਰ ਵਾਹਿਗੁਰੂ ਦੇ ਵਸਲ ਸੰਜੋਗ ਸੁਹਾਗ ਨੂੰ ਪ੍ਰਾਪਤ ਹੋਈਦਾ ਹੈ। ਗੁਰੂ ਨਾਨਕ ਦੇ ਘਰ ਦੀ ਸੱਚੀ ਗੁਰਪੰਚ ਪਰਵਾਨੀ ਪਦ ਤੋਂ ਗੁਰੂ ਦੀਖਿਆ ਗੁਰਮੰਤਰੀ ਨਾਮ ਪ੍ਰਾਪਤ ਕੀਤਾ ਹੋਇਆ ਹੀ ਮਹਾ ਅੰਮ੍ਰਿਤ ਰਸੀ ਮਿਠਾਸ ਵਾਲਾ ਹੁੰਦਾ ਹੈ। ਇਸ ਮਿਠਾਸ ਰਸ ਵਿੱਚ ਸੁਆਦਤ ਹੋਈ ਸੁਰਤੀ ਸੁਰਤੀਸ਼ਰਾਂ ਦੀ ਸਦਾ ਹੀ ਜੁੜੀ ਰਹਿੰਦੀ ਹੈ। ਇਉਂ ਸੱਚਾ ਵਸਲ ਮੇਲ ਸੱਚੀ ਵਾਹਿਗੁਰੂ ਪ੍ਰਾਪਤੀ ਵਾਲਾ ਸਦਾ ਹੀ ਬਣਿਆ ਰਹਿੰਦਾ ਹੈ। ਯਥਾ ਗੁਰਵਾਕ ਪਰਖ ਲੇਖਾ ਨਦਰ ਸਾਚੀ, ਕਰਮ ਪੂਰੈ ਪਾਇਆ, ਨਾਨਕ ਨਾਮ ਮਹਾ ਰਸ ਮੀਠਾ, ਗੁਰ ਪੂਰੈ ਸੱਚ ਪਾਇਆ। ਗੌੜੀ ਛੰਤ ਮਹਲਾ ਪਹਿਲਾ। ਵਾਹਿਗੁਰੂ ਨਾਮ ਰੂਪੀ ਮਾਲ ਦੌਲਤ, ਵਾਹਿਗੁਰੂ ਵਸਲ ਰੂਪੀ ਮਿਲਖ ਮਲਕੀਅਤ ਤਿਸ ਦੇ ਘਟ ਅੰਦਰ ਹੀ ਆਏ ਪ੍ਰਾਪਤ ਹੁੰਦੀ ਹੈ ਅਤੇ ਸਦਾ ਪ੍ਰਾਪਤ ਰਹਿੰਦੀ ਹੈ, ਜਿਸ ਦੇ ਮਸਤਕ ਉੱਤੇ ਧੁਰ ਪੂਰਬਲੇ ਪੁੰਨ ਕਰਮਾਂ ਦਾ ਸੱਚਾ ਸੁਭਾਗ ਲਿਖਿਆ ਹੁੰਦਾ ਹੈ। ਯਥਾ ਗੁਰਵਾਕ ਮਸਤਕ ਕਰਮ ਲਿਖਿਓ ਧੁਰ ਜਾਕੈ, ਹਰ ਸੰਪੈ ਨਾਨਕ ਘਰ ਤਾਕੈ। ਗੌੜੀ 52 ਅੱਖਰੀ ਮਹਲਾ ਪੰਜਵਾਂ। ਜਿਸ ਭਾਗਠ ਜਨ ਦੇ ਪੂਰੇ ਭਾਗ ਹੁੰਦੇ ਹਨ, ਉਹੀ ਗੁਰਮੁਖ ਸੰਤ ਜਨਾਂ ਦੀ ਸੰਗਤ ਦਾ ਸਦਕਾ ਸਿਮਰਨ ਅਭਿਆਸ ਵਿੱਚ ਦਿਨ ਰਾਤ ਤਤਪਰ ਹੋ ਕੇ ਜੁਟਦਾ ਹੈ। ਯਥਾ ਗੁਰਵਾਕ ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਗੌੜੀ ਸੁਖਮਨੀ ਮਹਲਾ ਪੰਜਵਾਂ। ਸਤਿਗੁਰੂ ਦਾ ਮਿਲਣਾ ਵੱਡੇ ਭਾਗਾਂ ਉੱਚ ਭਾਗਾਂ ਕਰਕੇ ਹੈ। ਜੇ ਭਾਗ ਕਰਮ ਹੋਵੇ ਤਾਂ ਸੱਚਾ ਸਤਿਗੁਰੂ ਮਿਲਦਾ ਹੈ ਅਤੇ ਸਤਿਗੁਰੂ ਦੁਆਰਿਓਂ ਪੰਜਾਂ ਪਿਆਰਿਆਂ ਤੋਂ ਸਤਿਗੁਰੂ ਦੇ ਹੁਕਮ ਅਨੁਸਾਰ ਗੁਰਮੰਤਰ ਰੂਪੀ ਗੁਰਦੀਖਿਆ ਮਿਲਦੀ ਹੈ ਅਤੇ ਗੁਰਮਤ ਨਾਮ ਦੀ ਅਭਿਆਸ ਜੁਗਤੀ ਬੁੱਝੀ ਦੀ ਹੈ। ਇਸ ਜੁਗਤੀ ਦੁਆਰਾ ਦੱਸਿਆ ਬੁਝਾਇਆ ਤੇ ਦੜਾਇਆ ਨਾਮ ਅਭਿਆਸ ਦਾ ਤੋਰਾ ਅਜਿਹਾ ਤੁਰਦਾ ਹੈ ਕਿ ਕਦੇ ਹਟਦਾ ਹੀ ਨਹੀਂ। ਅਭਿਆਸ ਆਪ ਮੁਹਾਰਾ ਆਪੇ ਚੱਲਿਆ ਰਹਿੰਦਾ ਹੈ। ਸਵਾਸ ਸਵਾਸ ਨਾਮ ਵਖਾਨਣ ਦੀ ਲਗਾਤਾਰੀ ਟੇਵ ਲੱਗੀ ਰਹਿੰਦੀ ਹੈ। ਨਾਮ ਰਸਨਾ ਕਰਕੇ ਜਪਣਾ, ਸੁਰਤੀ ਕਰਕੇ ਸਿਮਰਨਾ, ਨਾਮ ਉਚਾਰਨੀ ਮੁਹਾਰਨੀ ਦੁਆਰਾ ਕੰਨਾਂ ਕਰਕੇ ਸੁਣਨਾ ਅਭਿਆਸੀ ਜਨ ਦਾ ਵਿਵਹਾਰ ਹੀ ਬਣ ਜਾਂਦਾ ਹੈ। ਇਸ ਤੋਂ ਉੱਚਾ ਸੁੱਚਾ ਸੁਭਾਗ ਸੁਕਰਮ ਹੋਰ ਕਿਹੜਾ ਹੋ ਸਕਦਾ ਹੈ? ਯਥਾ ਗੁਰਵਾਕ ਕਰਮ ਹੋਵੈ ਸਤਿਗੁਰ ਮਿਲੈ, ਬੂਝੈ ਵਿਚਾਰਾ, ਨਾਮ ਵਖਾਣੈ ਸੁਣੈ ਨਾਮ, ਨਾਮੇ ਬਿਵਹਾਰਾ। ਆਸਾ ਕਾਫੀ ਮਹਲਾ ਪਹਿਲਾ। ਕਲਯੁਗ ਅੰਦਰ ਕਰਤੇ ਪੁਰਖ ਦੇ ਕੀਤੇ ਰਚਤ ਤਿਹਾਂ ਗੁਣਾ ਰਜ ਤਮ ਸਤ ਵਿੱਚ ਹੀ ਆਮ ਦੁਨਿਆਵੀ ਜੀਵ
ਪਰਮਾਰਥੋਂ ਭੁੱਲੇ ਸਾਰੇ ਪ੍ਰਾਣੀ ਨਾਨਾ ਪ੍ਰਕਾਰੀ ਕਰਮ ਕਮਾਉਂਦੇ ਫਿਰਦੇ ਹਨ ਅਤੇ ਕਰਮ ਪ੍ਰਾਇਣੀ ਲਿਖਤ ਅਨੁਸਾਰ ਚੌਹਾਂ ਖਾਣੀਆਂ ਅੰਡਜ ਜੇਰਜ ਸੇਤਜ ਉਤਭੁਜ ਦੀਆਂ ਜੀਵ ਜੋਨੀਆਂ ਵਿੱਚ ਹੀ ਘੁੰਮਣ ਘੇਰੀਆਂ ਖਾਂਦੇ ਰਹਿੰਦੇ ਹਨ। ਤੁਰਿਆ ਗੁਣੀ ਚੌਥੇ ਪਰਮ ਪਦ ਤਾਈਂ ਤਾਂ ਉਸ ਭਾਗਵੰਤ ਭਾਗਾਂ ਵਾਲੇ ਗੁਰਮੁਖ ਜਨ ਦੀ ਪਹੁੰਚ ਹੁੰਦੀ ਹੈ ਜੋ ਵਾਹਿਗੁਰੂ ਨਾਮ ਰਟਨ ਰੂਪੀ ਅਕਥ ਕਹਾਣੀ ਨੂੰ ਸਵਾਸ ਗਿਰਾਸੀ ਅਭਿਆਸ ਦੁਆਰਾ ਕਥਨ ਰਟਨਹਾਰਾ ਹੁੰਦਾ ਹੈ। ਯਥਾ ਗੁਰਵਾਕ ਤੀਨ ਗੁਣਾ ਤੇਰੇ ਜੁਗ ਹੀ ਅੰਤਰ ਚਾਰੇ ਤੇਰੀਆਂ ਖਾਣੀ ਕਰਮ ਹੋਵੇ ਤਾਂ ਪਰਮ ਪਦ ਪਾਈਐ ਕਥੇ ਅਕਥ ਕਹਾਣੀ। ਆਸਾ ਮਹਲਾ ਤੀਜਾ ਅਸ਼ਟਪਦੀਆਂ ਕਰ ਦੂਜਾ। ਵਾਹਿਗੁਰੂ ਦਾ ਨਾਮ ਭਾਗ ਕਰਕੇ ਪ੍ਰਾਪਤ ਹੁੰਦਾ ਹੈ ਅਤੇ ਜਿਨ੍ਹਾਂ ਨੂੰ ਪ੍ਰਾਪਤ ਹੁੰਦਾ ਹੈ ਸੱਚੀ ਪ੍ਰਾਪਤਣੀ ਕਰ ਪ੍ਰਾਪਤ ਹੁੰਦਾ ਹੈ। ਉਸੇ ਨੂੰ ਸੱਚੇ ਵਾਹਿਗੁਰੂ ਦੇ ਦਰ ਤੇ ਸੱਚੀ ਸ਼ੋਭਾ ਦਾ ਸਿਰੋਂ ਪਾਉ ਮਿਲਦਾ ਹੈ ਕਿਉਂਕਿ ਤਿਸ ਨੂੰ ਨਾਮ ਦੀ ਸੱਚੀ ਪ੍ਰਾਪਤਣੀ ਪ੍ਰਾਪਤ ਹੋ ਗਈ ਹੈ। ਉਸ ਦੀ ਅੰਤ ਤਾਈਂ ਅਭਿਆਸ ਕਮਾਈ ਤੋੜ ਨਿਭਦੀ ਹੈ ਅਤੇ ਉਸੇ ਦੀ ਨਾਮ ਦੁਆਰਾ ਨਾਮੀ ਵਾਹਿਗੁਰੂ ਵਿੱਚ ਸਮਾਈ ਹੋ ਜਾਂਦੀ ਹੈ। ਯਥਾ ਗੁਰਵਾਕ ਵਾਹ ਵਾਹ ਕਰਮ ਪ੍ਰਾਪਤ ਹੋਵੈ ਨਾਨਕ ਦਰ ਸੱਚਾ ਸ਼ੋਭਾ ਪਾਈ। ਗੁਜਰੀ ਕੀ ਵਾਰ ਮਹਲਾ ਤੀਜਾ। ਪੂਰਨ ਕਰਮ ਪੂਰੇ ਭਾਗ ਤਿਸੇ ਦੇ ਹਨ ਜਿਸ ਨੇ ਵਾਹਿਗੁਰੂ ਨੂੰ ਭੇਟਿਆ ਹੈ ਅਤੇ ਐਸੀ ਭੇਟਣੀ ਭੇਟਿਆ ਹੈ ਕਿ ਉਸ ਦੇ ਅੰਤਰ ਬਾਹਰ ਰੋਮ ਰੋਮ ਵਿਖੇ ਅੰਗ ਅੰਗ ਵਿਖੇ ਓਤ ਪੋਤ ਰਮਤ ਰਾਮ ਹੀ ਰਮ ਰਿਹਾ ਹੈ। ਵਿਥ ਅੰਤਰੇ ਦਾ ਸਭ ਭਰਮ ਭੇਦ ਦੂਈ ਦੁਜਾਇਗੀ ਸਭ ਮਿਟ ਗਈ ਹੈ। ਵਿਤਕਰਾ ਦੂਜ ਪੁਣੇ ਦਾ ਵਿਤਕਰਾ ਦੂਰ ਹੋ ਗਿਆ ਹੈ। ਇਸ ਤੋਂ ਉੱਤਮ ਇਸ ਤੋਂ ਵੱਡਾ ਕਰਮ ਭਾਗ ਹੋਰ ਕਿਸ ਦਾ ਹੋ ਸਕਦਾ ਹੈ? ਇਦੋਂ ਵੱਡਾ ਭਾਗ ਹੋਰ ਕਿਹੜਾ ਹੋ ਸਕਦਾ ਹੈ? ਗੁਰੂ ਘਰ ਨੂੰ ਗੁਰੂ ਨਾਨਕ ਦੇ ਘਰ ਨੂੰ ਹੀ ਇਹ ਫਖਰ ਪ੍ਰਾਪਤ ਹੈ ਜਿਸ ਦੇ ਅਨੁਸਾਰੀ ਹੋਇਆਂ ਇਸ ਅਧਿਕਾਰਤਾ ਦਾ ਮੁਰਾਤਬਾ ਮਿਲਦਾ ਹੈ। ਸਤਿਗੁਰੂ ਸੱਚਾ ਗੁਰੂ ਤਿਸ ਨੂੰ ਹੀ ਮਿਲਦਾ ਹੈ ਜਿਸ ਦਾ ਉਗਰ ਕਰਮ ਹੁੰਦਾ ਹੈ, ਉੱਚਾ ਭਾਗ ਹੁੰਦਾ ਹੈ। ਉਹੀ ਸੱਚੇ ਨਾਮ ਦਾ ਤਤ ਅਭਿਆਸੀ ਧਿਆਨ ਨਿਵਾਸੀ ਬਣਦਾ ਹੈ। ਨਾਮ ਧਿਆਨ ਧਾਰੀ ਹੋ ਕੇ ਹੀ ਨਾਮ ਵਿੱਚ ਰੱਤੇ ਜਾਣ ਦੀ ਰਹਿਮਤ ਹੁੰਦੀ ਹੈ। ਨਾਮ ਵਿੱਚ ਰੱਤੇ ਹੋਏ ਜਨ ਸਦਾ ਸੁਖ ਪਾਉਂਦੇ ਹਨ। ਗੁਰੂ ਸਾਹਿਬ ਤਿਨਾਂ ਵਡਭਾਗੇ ਜਨਾਂ ਵਿਟੋਂ ਸਦਾ ਬਲ ਜਾਂਦੇ ਹਨ। ਯਥਾ ਗੁਰਵਾਕ ਜਿਸ ਕਰਮ ਹੋਵੈ ਤਿਸ ਸਤਿਗੁਰ ਮਿਲੈ ਸੋ ਹਰ ਹਰ ਨਾਮ ਧਿਆਏ ਨਾਮ ਰਤੇ ਜਨ ਸਦਾ ਸੁਖ ਪਾਇਨ ਜਨ ਨਾਨਕ ਤਿਨ ਬਲ ਜਾਏ। ਬਿਲਾਵਲ ਕੀ ਵਾਰ ਸ਼ਲੋਕ ਮਹਲਾ ਤੀਜਾ। ਗੁਰੂ ਅਕਾਲ ਪੁਰਖ ਦਾ ਧਿਆਨ ਕਿਵੇਂ ਧਰੀਦਾ ਹੈ? ਸਮਰੱਥ ਪੂਰਨ ਪਾਰ ਬ੍ਰਹਮ ਪਰਮੇਸ਼ਰ ਦਾ ਧਿਆਨ ਸੋਈ ਜਨ ਧਰ ਸਕਦਾ ਹੈ ਜਿਸ ਦਾ ਪੂਰਾ ਕਰਮ ਅੰਕੂਰ ਭਾਗ ਜਾਗਿਆ ਹੋਵੇ। ਅਗਮ ਅਗੋਚਰ ਅਦ੍ਰਿਸ਼ਟ ਪਾਰ ਬ੍ਰਹਮ ਨਿਰੰਕਾਰ ਜਿਸ ਦਾ ਕੋਈ ਆਕਾਰ ਨਹੀਂ, ਜੋ ਦ੍ਰਿਸ਼ਟਮਾਨ ਸਾਕਾਰ ਪਦਾਰਥਾਂ ਵਾਂਗੂ ਅਤੇ ਸਾਕਾਰਕ ਮੂਰਤੀਆਂ ਵਾਂਗੂ ਮੂਰਤੀਮਾਨ ਅਤੇ ਦ੍ਰਿਸ਼ਟ ਗੋਚਰਾ ਨਹੀਂ, ਉਸ ਦਾ ਧਿਆਨ ਧਰਨਾ ਕੋਈ ਸੁਖਾਲੀ ਗੱਲ ਨਹੀਂ। ਜੋ ਵਾਹਿਗੁਰੂ ਅਕਾਲ ਮੂਰਤੀ ਵਾਲਾ ਹੈ ਜਿਸ ਦਾ ਵਜੂਦ ਕਾਲ ਚੱਕਰ ਚਿਹਨ ਬਿਹੂਣਾ ਅਕਾਲ ਸਰੂਪਾ ਹੈ, ਉਸ ਦਾ ਕੋਈ ਧਿਆਨ ਧਰੇ ਤਾਂ ਕਿਵੇਂ ਧਰੇ? ਪੰਜ ਭੂਤਕ ਗਿਆਨ ਇੰਦਰੇ ਦ੍ਰਿਸ਼ਟਮਾਨ ਪਸਾਰੇ ਤੋਂ ਉੱਪਰ ਅਤੇ ਅਗੋਚਰੀ ਗਿਆਤ ਤੋਂ ਸਖਣੇ ਅਤੇ ਊਰੇ ਹਨ। ਗਿਆਤਾਕਾਰ ਦਾ ਗਿਆਤਾਕਾਰੀ ਧਿਆਨ ਤਾਂ ਧਿਆਨਿਆ ਜਾ ਸਕਦਾ ਹੈ। ਗਿਆਤ ਅਗੋਚਰੇ ਪੰਜ ਭੂਤਕ ਇੰਦਰੀਆਂ ਦੀ ਗਿਆਤ ਦਾਇਰੇ ਤੋਂ ਬਾਹਰ ਅਪਰੰਪਰੇ ਵਜੂਦ ਦਾ ਅਨੁਮਾਨ ਹੀ ਲਾਇਆ ਜਾ ਸਕਦਾ ਹੈ। ਉਸ ਦਾ ਅਪਰੋਕਸ਼ ਗਿਆਨ ਨਹੀਂ ਹੋ ਸਕਦਾ, ਨਾ ਹੀ ਧਿਆਨ ਜਮਾਇਆ ਜਾ ਸਕਦਾ ਹੈ। ਆਨ ਮਤਾਂ ਵਾਲਿਆਂ ਨੂੰ ਤਾਂ ਕੀ ਆਖਣਾ ਹੈ ਜਿਨ੍ਹਾਂ ਨੂੰ ਗੁਰਮਤ ਦਾ ਬੋਧ ਹੀ ਨਹੀਂ। ਸਾਡੇ ਗੁਰਮਤ ਮਤ ਅਵਲੰਬੀ ਕਈ ਭਲੇ ਅਤੇ ਉੱਗੇ ਉੱਗੇ ਸੰਤ ਮੰਡਲੀਆਂ ਵਾਲਿਆਂ ਨੂੰ ਵੀ ਧਿਆਨ ਧਰਨ ਦਾ ਥਹੁ ਪਤਾ ਨਹੀਂ। ਉਹ ਗੁਰਮਤ ਤੋਂ ਉਲਟ ਮਨ ਆਈਆਂ ਉਕਤੀਆਂ ਯੁਕਤੀਆਂ ਵਾਲਾ ਯੱਕੜ ਧਿਆਨ ਕੁਫੱਕੜ ਧਿਆਨ ਧਰਦੇ ਧਰਾਉਂਦੇ ਹਨ। ਕਈ ਤਾਂ ਆਨਮਤੀਆਂ ਦੀ ਰੀਸੇ ਮੂਰਤੀਆਂ ਨੂੰ ਮੂਹਰੇ ਰੱਖ ਕੇ ਧਿਆਨ ਜਮਾਉਣ ਦਾ ਕੁਫੱਕੜ ਰਚਦੇ ਹਨ। ਕਈ ਗੁਰੂ ਨਾਨਕ ਦੀ ਫੋਟੋ ਨੂੰ ਅੱਗੇ ਰੱਖ ਕੇ ਧਿਆਨ ਜਮਾਉਣੀ ਦ੍ਰਿਸ਼ਟੀ ਦਾ ਹੀ ਵਿਸ਼ਾ ਬਣਾਉਂਦੇ ਹਨ। ਕਈ ਗਏ ਗੁਜ਼ਰੇ ਅਸੰਤਮਤੀ ਸੰਤ ਸਦਾਉਣ ਹਾਰੇ ਆਪਣੀ ਹੀ ਤਸਵੀਰ ਪੂਜਾ ਦੇ ਦ੍ਰਿਸ਼ਟ ਧਿਆਨ ਪੁਜਾਰੀ ਲੋਕਾਂ ਨੂੰ ਬਣਾਉਂਦੇ ਹਨ। ਇਸ ਪ੍ਰਕਾਰ ਦੇ ਬੜੇ ਹੀ ਨੀਵੇਂ ਦਰਜੇ ਦੇ ਧਿਆਨ ਅਵਲੰਬੀ ਸਾਡੇ ਹੀ ਅੰਦਰ ਪੈਦਾ ਹੋ ਗਏ ਹਨ ਜੋ ਗੁਰਮਤ ਦੇ ਤਤ ਧਿਆਨ ਆਸ਼ੇ ਦੇ ਆਦਰਸ਼ ਤੋਂ ਕੋਸੋਂ ਦੂਰ ਹਨ। ਅਲਪਗ ਵਜੂਦ ਦੀ ਮੂਰਤੀ ਦਾ ਧਿਆਨ ਧਰਨਾ ਤਾਂ ਮਹਾਪਾਪ ਹੈ। ਸਰਬੱਗ ਸਤਿਗੁਰਾਂ ਦੀਆਂ ਪ੍ਰਚਲਿਤ ਫੋਟੋ ਤਸਵੀਰਾਂ ਸਭ ਫਰਜ਼ੀ ਹਨ। ਨਾ ਹੀ ਗੁਰੂ ਦੀ ਕੋਈ ਮੂਰਤੀ ਸਕਾਰਕ ਹੈ। ਗੁਰਮੂਰਤ ਗੁਰ ਸ਼ਬਦ ਹੈ। ਐਸੀ ਗੁਰ ਦੀ ਮੂਰਤੀ ਦਾ ਧਿਆਨ ਅਸੀਂ ਮਨ ਮਾਹੇ ਜਮਾਉਣਾ ਹੈ। ਗੁਰ ਕੀ ਮੂਰਤ ਮਨ ਮੈਂ ਧਿਆਨ। ਗੁਰੂ ਸ਼ਬਦ ਨਾਲ ਸੁਰਤ ਜੋੜਨੀ, ਗੁਰੂ ਕੀ ਮੂਰਤ ਨਾਲ ਧਿਆਨ ਧਰਨਾ ਹੈ। ਗੁਰੂ ਸ਼ਬਦ ਨਾਲ ਸੁਰਤੀ ਜੋੜਨ ਦਾ ਪਹਿਲਾ ਮਰਹਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ।
ਗੁਰਵਾਕ ਦੇ ਭਾਵ ਅਨੁਸਾਰ ਗੁਰੂ ਵਾਹਿਗੁਰੂ ਰੂਪੀ ਸ਼ਬਦ ਦੀ ਆਹਤ ਧੁਨੀ ਦੇ ਨਾਲ ਸੁਰਤੀ ਰੂਪੀ ਧਿਆਨ ਨੂੰ ਜੋੜਨਾ ਹੈ। ਧਿਆਨ ਰੂਪੀ ਚੇਲਾ ਜਦੋਂ ਤਾਈਂ ਸ਼ਬਦ ਧੁਨੀ ਰੂਪੀ ਗੁਰੂ ਨਾਲ ਨਾ ਜੁੜੇ ਤਦ ਤਾਈਂ ਗੁਰੂ ਤੇ ਚੇਲੇ ਦੀ ਅਰਥਾਤ ਗੁਰੂ ਅਤੇ ਸਿੱਖ ਦੀ ਸੰਧ ਨਹੀਂ ਮਿਲਦੀ। ਸ਼ਬਦ ਦਾ ਅਭਿਆਸ ਭਾਵੇਂ ਰਸਨਾ ਰੂਪੀ ਬੈਖਰੀ ਬਾਣੀ ਉਚਾਰਨ ਦੁਆਰਾ ਹੋਵੇ, ਭਾਵੇਂ ਸਵਾਸਾਂ ਦੁਆਰਾ ਹੋਵੇ, ਉਸ ਦੀ ਧੁਨੀ ਜ਼ਰੂਰ ਹੈ, ਭਾਵੇਂ ਮੱਧਮ ਤੋਂ ਮੱਧਮ ਅਤੇ ਸੂਖਮ ਹੀ ਹੋਵੇ। ਪਹਿਲ ਪ੍ਰਥਮੇ ਅਭਿਆਸੀ ਜਨ ਇਸ ਸ਼ਬਦ ਧੁਨੀ ਨਾਲ ਸੁਰਤ ਜੋੜੇਗਾ, ਮੋੜ ਮੋੜ ਕੇ ਅਤੇ ਮੁੜ ਮੁੜ ਕੇ ਧਿਆਨ ਸੁਰਤੀ ਨੂੰ ਸ਼ਬਦ ਧੁਨੀ ਨਾਲ ਲਾਵੇਗਾ। ਜਿਉਂ-ਜਿਉਂ ਲਾਵੇਗਾ ਅਤੇ ਜਿਤਨਾ ਲਾਵੇਗਾ ਤਿਤਨਾ ਅਤੇ ਤਿਉਂ ਗੁਰ ਸ਼ਬਦ ਦੀ ਪਾਰਸ ਕਲਾ ਵਰਤੇਗੀ। ਧਿਆਨ ਜੋੜਦੇ ਜਦੋਂ ਇੱਕ ਛਿਨ ਮਾਤਰ ਵੀ ਸਮੁੱਚਾ ਧਿਆਨ ਸਮੁੱਚੀ ਸੁਰਤੀ ਦਾ ਹਰ ਜਨ ਦਾ ਸ਼ਬਦ ਨਾਲ ਜੁੜ ਗਿਆ, ਤਦੋਂ ਅਚਿੰਤੋ ਹੀ ਅੰਤਰ ਆਤਮੇ ਰਸ ਜੋਤ ਪ੍ਰਕਾਸ਼ ਦਾ ਚਮਤਕਾਰ ਬਿਜਲੀ ਕਰੰਟ ਦੀ ਨਿਆਈ ਜ਼ਹੂਰ ਪਜ਼ੀਰ ਹੋ ਜਾਏਗਾ। ਰਸ ਜੋਤ ਪ੍ਰਕਾਸ਼ ਚਮਤਕਾਰੇ ਦਾ ਇਹ ਨਦਰ ਮੇਰੀ ਕ੍ਰਿਸ਼ਮਾ ਜਦੋਂ ਕ੍ਰਿਸ਼ਮਤ ਹੋ ਗਿਆ, ਤਦੋਂ ਹੀ ਸ਼ਬਦ ਤੇ ਸੁਰਤ ਦਾ ਤਤ ਵਾਸਤਵੀ ਮਿਲਾਵਾ ਬਣ ਆਵੇਗਾ। ਰਸ ਜੋਤ ਦੇ ਅਗਾਧ ਸੁਆਦ ਨੇ ਸਦਾ ਹੀ ਅਤੇ ਸੁਤੇ ਸੁਭਾਵ ਹੀ ਸੁਰਤ ਸ਼ਬਦ ਵੱਲ ਜੋੜੀ ਰੱਖਣੀ ਹੈ। ਸ਼ਬਦ ਅਭਿਆਸ ਦਾ ਅਸਲ ਆਨੰਦ ਹੀ ਅਭਿਆਸੀ ਜਨ ਨੂੰ ਇਸ ਆਤਮ ਅਵਸਥਾ ਵਿਖੇ ਆਉਣਾ ਹੈ। ਜਿਉਂ-ਜਿਉਂ ਇਹ ਆਨੰਦ ਵਧੇਗਾ ਤਿਉਂ-ਤਿਉਂ ਅਭਿਆਸ ਵੀ ਸਹਿਜ ਵਧਣੀ ਵਿੱਚ ਵੱਧਦਾ ਜਾਵੇਗਾ ਅਤੇ ਆਤਮ ਜੋਤ ਰਹੱਸਨੀ ਪ੍ਰਕਾਸ਼ ਕਲਾ ਦਾ ਪਸਾਰਾ ਵੀ ਅਧਿਕ ਤੋਂ ਅਧਿਕ ਪਸਰਦਾ ਜਾਵੇਗਾ। ਅੰਤਰ ਕ੍ਰਾਂਤੀ ਕਾਇਆ ਅੰਤਰੀਵੀ ਜੋਤ ਪਸਾਰੇ ਦਾ ਪ੍ਰਕਾਸ਼ ਫਿਰ ਅੰਦਰੋਂ ਬਾਹਮੁਖੀ ਆਕਾਸ਼ ਪੁਲਾੜ ਦੇ ਆਕਾਰ ਪਸਾਰੇ ਵਿੱਚ ਸਾਰੇ ਹੀ ਪਸਰ ਨਿਕਲੇਗਾ। ਬਾਕੀ ਸਭ ਦੇਖਾ ਹੀ ਪ੍ਰਵਾਨ ਹੈ, ਕਹਿਬੇ ਕੋ ਸ਼ੋਭਾ ਨਹੀਂ, ਇਹ ਸਭ ਭਾਗਾਂ ਦੀ ਖੇਡ ਹੈ। ਯਥਾ ਗੁਰਵਾਕ ਤੂੰ ਸਮਰੱਥ ਪੂਰਨ ਪਾਰ ਬ੍ਰਹਮ ਸੋ ਧਿਆਏ ਪੂਰਾ ਜਿਸ ਕਰਮ। ਰਾਮ ਕਲੀ ਮਹਲਾ ਪੰਜਵਾਂ। ਗੁਰਮੁਖਾਂ ਦੇ ਇਸ ਗਿਆਨ ਪ੍ਰਕਾਸ਼ੀ ਜੋਤ ਧਿਆਨ ਦੀ ਡੋਰੀ ਵਾਹਿਗੁਰੂ ਆਪ ਫੜ ਕੇ ਤੁਣਕਦਾ ਹੈ ਅਤੇ ਗੁਰਮੁਖਾਂ ਨੇ ਵੀ ਕੇਵਲ ਗੁਰੂ ਵਾਹਿਗੁਰੂ ਪ੍ਰਾਇਣ ਹੋ ਕੇ ਇਹ ਗਿਆਨ ਜੋਤੀਸ਼ੀ ਧਿਆਨ ਡੋਰੀ ਵਾਹਿਗੁਰੂ ਦੇ ਹੱਥ ਫੜਾਏ ਛੱਡੀ ਹੈ। ਆਪਣੀ ਮਨਮਰਜ਼ੀ ਅਤੇ ਮਤਸਰੀ ਉਕਤੀ ਯੁਕਤੀ ਸਭ ਮਿਟਾਏ ਛੱਡੀ ਹੈ। ਜਿੱਧਰ ਨੂੰ ਉਹ ਖਿੱਚਦਾ ਹੈ ਤਿਸੇ ਵੱਲ ਹੀ ਉਹ ਧਾਮਦੇ ਰੁਚੀ ਰੁਚਾਉਂਦੇ ਹਨ। ਮਨਮੁਖੀ ਦੀਵਾਨੇ ਕਮਲੇ ਲੋਕ, ਅਕਲ ਲਤੀਫਿਓਂ ਅੰਨੇ ਲੋਕ, ਅੰਧ ਮਤ ਭਰਮ ਦੇ ਭੁਲਾਏ ਹੋਏ ਪਏ ਮਨ ਉਕਤੀ ਅਤੇ ਆਨਮਤ ਉਕਤੀ ਦੇ ਕਰਮ ਕਰਦੇ ਹਨ। ਉਹਨਾਂ ਦੇ ਹੱਥ ਕੁਝ ਨਹੀਂ ਆਉਂਦਾ, ਨਾ ਉਹਨਾਂ ਨੂੰ ਕੁਝ ਹਾਸਲ ਹੁੰਦਾ ਹੈ। ਭਾਗਾਂ ਬਿਨਾਂ ਭਲਾ ਕੀ ਮਿਲ ਸਕਦਾ ਹੈ, ਜੈਸਾ ਕਿ ਗੁਰਵਾਕ ਹੈ। ਭਰਮ ਭੁਲਾਨੇ ਭਏ ਦੀਵਾਨੇ ਵਿਣ ਭਾਗਾਂ ਕਿਆ ਪਾਈਐ, ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ ਜਿਨ ਖਿੰਚੈ ਤਿਨ ਜਾਈਐ। ਰਾਮ ਕਲੀ ਮਹਲਾ ਪਹਿਲਾ ਦੱਖਣੀ ਓੰਕਾਰ। ਜਿਨ੍ਹਾਂ ਦਾ ਭਾਗ ਖੁੱਲਦਾ ਹੈ, ਜਾਗਦਾ ਹੈ, ਤਿਨਾਂ ਨੂੰ ਪ੍ਰਾਲਬੱਧ ਗੁਰੂ ਦੀ ਸੱਚੇ ਸਤਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਅਤੇ ਗੁਰੂ ਘਰ ਦੀ ਸਤ ਸੰਗਤ ਵਿੱਚ ਵਾਸਾ ਮਿਲਦਾ ਹੈ। ਤਿੱਥੋਂ ਪੰਜਾਂ ਪਿਆਰਿਆਂ ਦੀ ਸ਼ਰਨੀ ਆਏ ਨੂੰ ਗੁਰਮੰਤਰ ਦੀਖਿਆ, ਗੁਰਮੰਤਰ ਦੀ ਦਾਤ ਮਿਲਦੀ ਹੈ। ਤਿਸ ਗੁਰ ਦੀਖਿਆ ਗੁਰਮੰਤਰ ਦੀ ਅਥਾ ਅਭਿਆਸ ਕਮਾਈ ਕਰਕੇ ਅਤੇ ਸ਼ਬਦ ਸੁਰਤੀਸ਼ਰੀ ਅਖੰਡਾਕਾਰ ਧਿਆਨ ਧਰ ਕੇ ਨਿਰੰਕਾਰ ਵਾਹਿਗੁਰੂ ਸੱਚਾ ਸੁਆਮੀ ਮਿਲਦਾ ਹੈ। ਯਥਾ ਗੁਰਵਾਕ ਕਰਮ ਖੁੱਲਾ ਗੁਰ ਪਾਇਆ ਹਰ ਮਿਲਿਆ ਸੁਆਮੀ। ਮਾਰੂ ਵਾਰ ਦੱਖਣੇ ਮਹੱਲਾ ਪੰਜਵਾਂ। ਜਨਮ ਜਨਮ ਦੇ ਮਨਮਤੀ ਅਤੇ ਮਨਮੁਖੀ ਕੁਕਰਮਾਂ ਵਿਕਰਮਾਂ ਕਰਕੇ ਮਲੀਨ ਹੋਈ ਵੀ ਬੁੱਧੀ ਅੰਧ ਅਗਿਆਨ ਦੀ ਨੀਂਦੇ ਸੁੱਤੀ ਰਹਿੰਦੀ ਹੈ। ਸੁੱਤੀ ਪਈ ਤਦੇ ਹੀ ਜਾਗਦੀ ਹੈ ਜਦੋਂ ਅੰਧ ਮਤ ਬੁੱਧੀ ਵਾਲੇ ਦਾ ਕੋਈ ਕਰਮ ਅੰਕੂਰੀ ਭਾਗ ਜਾਗਦਾ ਹੈ। ਫਿਰ ਗੁਰੂ ਦੀ ਕਿਰਪਾ ਹੁੰਦੀ ਹੈ। ਗੁਰੂ ਕਿਰਪਾ ਕਰਦਾ ਹੈ ਤਾਂ ਇਹ ਮਨ ਜਾਗਦਾ ਹੈ। ਜਨਮ ਜਨਮ ਦਾ ਸੁੱਤਾ ਹੋਇਆ ਜਾਗ ਪੈਂਦਾ ਹੈ ਤਾਂ ਇਸ ਮਨ ਦੀ ਦੁਰਮਤ ਮਤ ਮਲੀਨੀ ਦੁਬਿਧਾ ਮਰਦੀ ਹੈ। ਯਥਾ ਗੁਰਵਾਕ ਕਰਮ ਹੋਵੈ ਗੁਰ ਕਿਰਪਾ ਕਰੈ, ਇਹੋ ਮਨ ਜਾਗੈ ਇਸ ਮਨ ਕੀ ਦੁਬਿਧਾ ਮਰੈ। ਭੈਰੋ ਮਹਲਾ ਤੀਜਾ। ਪਰਮਾਰਥੀ ਆਸਤਕਤਾ ਵਾਲੇ ਵਾਹਿਗੁਰੂ ਦੇ ਪਾਸੇ ਸੋਈ ਜਨ ਲੱਗਦਾ ਹੈ ਅਤੇ ਸੋਈ ਜਨ ਵਾਹਿਗੁਰੂ ਦੀ ਸ਼ਰਣੀ ਆਉਂਦਾ ਹੈ ਜਿਸ ਦੇ ਗੁਰੂ ਨਾਨਕ ਦੀ ਕਿਰਪਾ ਨਾਲ ਪੂਰਨ ਭਾਗ ਜਾਗ ਪੈਂਦੇ ਹਨ। ਕਉ ਨਾਨਕ ਜਾ ਕੇ ਪੂਰਨ ਕਰਮਾ, ਸੋ ਜਨ ਆਇਆ ਪ੍ਰਭ ਕੀ ਸ਼ਰਨਾ। ਭੈਰੋ ਮਹਲਾ ਪੰਜਵਾਂ। ਕਿਉਂਕਿ ਜਿਸ ਨੂੰ ਕਰਤਾਰ ਸੁਮਤ ਸੁਕਰਮੀ ਸੁਭਾਗ ਬਖਸ਼ਦਾ ਹੈ ਤਿਸ ਦੀ ਹੀ ਰੁਚੀ ਗੁਰੂ ਘਰ ਦੀ ਸਤ ਸੰਗਤ ਕਰਨ ਦੀ ਸੱਚੜੀ ਕਾਰ ਵੱਲ ਲੱਗਦੀ ਹੈ। ਉਸ ਦਾ ਸਭ ਤੋਂ ਮੁੱਖ ਵਿਵਹਾਰ ਸਤਸੰਗ ਕਰਨਾ ਹੋ ਜਾਂਦਾ ਹੈ। ਯਥਾ ਗੁਰਵਾਕ ਜਿਸ ਨੂੰ ਕਰਮ ਕਰੇ ਕਰਤਾਰ, ਸਾਧ ਸੰਗ ਹੋਏ ਤਿਸ ਵਿਵਹਾਰ। ਭੈਰੋ ਮਹਲਾ ਪੰਜਵਾਂ।
ਭਾਗਾਂ ਤੋਂ ਬਿਨਾਂ ਗੁਰੂ ਘਰ ਦਾ ਸਤਸੰਗ ਨਹੀਂ ਲੱਭਦਾ ਅਤੇ ਭਾਗਾਂ ਤੋਂ ਬਿਨਾਂ ਵਾਹਿਗੁਰੂ ਦੀ ਭਗਤੀ ਨਹੀਂ ਹੁੰਦੀ। ਜਿਨ੍ਹਾਂ ਦੇ ਕਰਮਾਂ ਵਿੱਚ ਪੂਰਬ ਅੰਕੁਰੀ ਭਗਤੀ ਦਾ ਭਾਗ ਲਿਖਿਆ ਹੁੰਦਾ ਹੈ, ਤਿਨਾਂ ਨੂੰ ਹੀ ਗੁਰੂ ਅਤੇ ਗੁਰੂ ਘਰ ਦਾ ਪਰਮਾਰਥੀ ਸੁਹਾਗ ਪ੍ਰਾਪਤ ਹੁੰਦਾ ਹੈ। ਵਾਹਿਗੁਰੂ ਦਾ ਨਾਮ ਅਤੇ ਨਾਮੀ ਵਾਹਿਗੁਰੂ ਵੀ ਕਰਮ ਭਾਗ ਕਰਕੇ ਹੀ ਮਿਲਦਾ ਹੈ। ਯਥਾ ਗੁਰਵਾਕ ਬਿਨ ਭਗਤੀ ਨਹੀਂ ਸਤਿਗੁਰ ਪਾਈਐ, ਬਿਨ ਭਾਗਾਂ ਨਹੀਂ ਭਗਤ ਹਰੀ, ਬਿਨ ਭਾਗਾਂ ਸਤਸੰਗ ਨ ਪਾਈਐ, ਕਰਮ ਮਿਲੈ ਹਰ ਨਾਮ ਹਰੀ। ਬਸੰਤ ਹਿੰਡੋਲ ਮਹਲਾ ਪਹਿਲਾ। ਤਾਂ ਤੇ ਭਾਗਾਂ ਤੇ ਸ਼ਾਕਰ ਰਹਿਣਾ ਗੁਰਮਤਿ ਜਗਿਆਸੂ ਜਨ ਲਈ ਅਤ ਜ਼ਰੂਰੀ ਹੈ। ਨਿਰਾਪੁਰਾ ਨਿਜ ਕਰਤਤੀ ਕਰਮਾਂ ਦੀ ਆਕੜ ਤੇ ਰਹਿਣਾ ਮਹਾਮੂਰਖਤਾ ਹੈ। ਬਸ ਕਰਮ ਭਾਗ ਕਰਕੇ ਹੀ ਭਗਤੀ ਸੁਹਾਵੀ ਸਫਲ ਫਲਾਮੀ ਹੁੰਦੀ ਹੈ। ਭਗਤੀ ਭਾਉ ਤੁੱਠਾ ਸਤਿਗੁਰੂ ਹੀ ਬਖਸ਼ਦਾ ਹੈ। ਜੈਸੇ ਭਗਤੀ ਭਾਉ ਸਤਿਗੁਰੂ ਦੀ ਬਖਸ਼ਿਸ਼ ਹੈ, ਤੈਸੇ ਹੀ ਸਤਿਗੁਰੂ ਦੀ ਬਖਸ਼ਿਸ਼ ਨਾਲ ਵਾਹਿਗੁਰੂ ਦੇ ਸੱਚਖੰਡੀ ਮਹਿਲ ਦਰਬਾਰ ਵਿੱਚ ਥਾਂ ਮਿਲਦੀ ਹੈ। ਭਾਉ ਪ੍ਰੇਮ ਭਾਵਨਾ ਸੇਤੀ ਭਗਤੀ ਕਰੀ ਜਾਣੀ, ਪਰਮ ਹੁਕਮ ਰਜ਼ਾਈ ਕਰਮ ਹੈ। ਪ੍ਰੇਮਾ ਭਗਤੀ ਉਸੇ ਦੀ ਥਾਂ ਪੈਂਦੀ ਹੈ ਜੋ ਗੁਰਮੁਖ ਜਨ ਭਗਤੀ ਭਾਵ ਕਰਦਾ ਹੋਇਆ ਵੀ ਵਾਹਿਗੁਰੂ ਮਿਲਾਪ ਰੂਪੀ ਸੁਫਲ ਫਲ ਦੀ ਪ੍ਰਾਪਤੀ ਹਿਤ ਹੀ ਗੁਰਤੁੱਠੇ ਦੀ ਨਦਰ ਮੇਰ ਉੱਤੇ ਸ਼ਾਕਰ ਰਹਿੰਦਾ ਹੈ। ਆਪਣੇ ਭਗਤੀ ਰੂਪੀ ਸੁਕ੍ਰਿਤ ਕਰਮ ਉੱਤੇ ਹੀ ਸ਼ਾਕਰ ਨਹੀਂ ਰਹਿੰਦਾ। ਇਸ ਬਿਧ ਨਿਜ ਭਗਤੀ ਉੱਤੇ ਨਿਰਭਰ ਰਹਿਣਾ ਸੂਖਸ਼ਮ ਅਹੰਗਤਾ ਉਤਪਤੀ ਦਾ ਕਾਰਨ ਹੋ ਜਾਂਦਾ ਹੈ। ਉਸ ਦੀ ਸੂਖਮ ਹਉਮੈ ਦੀ ਕਾਈ ਨਹੀਂ ਜਾਂਦੀ। ਸਤਿਗੁਰੂ ਦੀਆਂ ਭਗਤੀ ਦਾਤੇ ਸਤਿਗੁਰੂ ਦੀਆਂ ਨਦਰਾਂ ਮਿਹਰਾਂ ਤੇ ਸ਼ਾਕਰ ਰਹਿੰਦਿਆਂ ਹੀ ਵਾਹਿਗੁਰੂ ਦੇ ਮਹਿਲਾਂ ਵਿੱਚ ਥਾਂ ਮਿਲਦੀ ਹੈ। ਭਾਗਾਂ ਉੱਤੇ ਸ਼ਾਕਰ ਰਹਿਣਾ ਨਦਰੀ ਵਾਹਿਗੁਰੂ ਦੀ ਮਿਹਰਬਾਨ ਸਤਿਗੁਰੂ ਦੀ ਨਦਰਾਂ ਮਿਹਰਾਂ ਦਾ ਪਾਤਰ ਬਣਨਾ ਹੈ। ਕਿਉਂਕਿ ਜਦੋਂ ਜਗਿਆਸੂ ਦੇ ਅੰਦਰ ਇਹ ਸੰਸਕਾਰ ਸਫੁਰਨ ਹੋ ਜਾਂਦਾ ਹੈ ਕਿ ਮੈਂ ਆਪਣੀ ਨਿਜ ਭਗਤ ਕਮਾਈ ਕਰਕੇ ਹੀ ਇਸ ਪਦ ਨੂੰ ਪ੍ਰਾਪਤ ਹੋਇਆ ਹਾਂ ਅਤੇ ਸਤਿਗੁਰੂ ਵਾਹਿਗੁਰੂ ਦੇ ਮਹਿਲਾਂ ਦਾ ਵਾਸਲ ਹੋਇਆ ਹਾਂ, ਤਦੋਂ ਵਾਸਤਵ ਵਿੱਚ ਉਸ ਨੂੰ ਤਤ ਪਦ ਦੀ ਪ੍ਰਾਪਤੀ ਨਹੀਂ ਹੋਈ ਹੁੰਦੀ। ਨਾ ਹੀ ਮਹਿਲੀ ਵਾਹਿਗੁਰੂ ਦੇ ਦਰ ਕਰ ਮਹਿਲਾਂ ਦਾ ਵਾਸਾ ਪ੍ਰਾਪਤ ਹੋਇਆ ਹੁੰਦਾ ਹੈ, ਸਗੋਂ ਉਹ ਉਸ ਪਦੋਂ ਉਰੇਡੇ ਹੀ ਰਹਿ ਖੜੋਂਦਾ ਹੈ। ਇਸ ਸੂਖਮ ਹੰਕਾਰ ਤੇ ਹੀ ਇਹ ਅਸਥੂਲ ਅਹੰਕਾਰ ਉਪਜ ਖੜੋਂਦਾ ਹੈ ਕਿ ਅੱਜ ਮੇਰੇ ਸਾਰਖਾ ਕੋਈ ਨਹੀਂ, ਮੈਥੋਂ ਛੁੱਟ ਇਹ ਪਦ ਕਿਸੇ ਹੋਰਸ ਨੂੰ ਪ੍ਰਾਪਤ ਨਹੀਂ ਹੋਇਆ। ਇਹ ਇੱਕ ਪ੍ਰਕਾਰ ਦੀ ਦੂਜੇ ਪੁਗ ਖਲੋਏ ਗੁਰਮੁਖਾਂ ਦੀ ਅਚੇਤ ਨਿੰਦਾ ਹੋ ਜਾਂਦੀ ਹੈ ਅਤੇ ਆਪਣਾ ਹੰਕਾਰ ਵੱਧ ਜਾਂਦਾ ਹੈ। ਜਿਨ੍ਹਾਂ ਨੂੰ ਸੱਚੀ ਗੁਰਮਤਿ ਭਗਤੀ ਦੀ ਜਾਗ ਲੱਗੀ ਹੈ, ਜੋ ਜਨ ਸੱਚੀ ਪਰਮਾਰਥਕ ਜਾਗ ਵਾਲੀ ਭਗਤੀ ਕਰ ਜਾਗ ਸੁਭਾਗੇ ਹੋਏ ਹਨ, ਤਿਨਾਂ ਨੂੰ ਇਸ ਪ੍ਰਕਾਰ ਦੀ ਅਚੇਤ ਨਿੰਦਾਮਈ ਨਿਜ ਭਗਤ ਹੰਕਾਰ ਸੰਸਕਾਰੀ ਸੰਸਕਾਰ ਹੀ ਨਹੀਂ ਕੁਫਰਨ ਹੁੰਦੇ। ਉਹ ਤਾਂ ਇਸ ਪ੍ਰਕਾਰੀ ਨਿੰਦ ਨਿੰਦਾਰੀ ਸੰਸਕਾਰਾਂ ਦਾ ਪਰਹਰਾਈ ਤਿਆਗ ਕਰਕੇ ਕੇਵਲ ਤਤ ਭਗਤੀ ਭਾਵ ਵਿੱਚ ਹੀ ਸੁਜਾਗ ਅਤੇ ਸਾਵਧਾਨ ਰਹਿੰਦੇ ਹਨ। ਇਹ ਸਾਵਧਾਨਤਾ ਸੰਯੁਕਤਨੀ ਤੋੜ ਨਿਭਣੀ ਸੁਹਾਵੀ ਭਗਤੀ ਕੇਵਲ ਉਗਰ ਕਰਮ ਭਾਗਾਂ ਦਾ ਹੀ ਅੰਕੁਰ ਹੈ। ਯਥਾ ਗੁਰਵਾਕ ਗੁਰ ਤੁੱਠਾ ਬਖਸ਼ੇ ਭਗਤ ਭਾਉ, ਗੁਰ ਤੁੱਠੈ ਪਾਈਐ ਹਰ ਮਹਿਲ ਠਾਉ, ਪਰ ਹਰ ਨਿੰਦਾ ਹਰ ਭਗਤ ਜਾਗ, ਹਰ ਭਗਤ ਸੁਹਾਵੀ ਕਰਮ ਭਾਗ। ਬਸੰਤ ਮਹਲਾ ਪਹਿਲਾ। ਇਹ ਸ਼ੁਭ ਲੱਛਣੀ ਭਾਗ ਵੀ ਪੂਰਬਲੇ ਸ਼ੁਭ ਕਰਮਾਂ ਦਾ ਹੀ ਅੰਕੁਰ ਹੁੰਦਾ ਹੈ, ਤਾਂ ਤੇ ਭਾਗਾਂ ਅੰਦਰ ਲਿਖਿਆ ਭੁਗਤਣਾ ਹੀ ਪੈਂਦਾ ਹੈ। ਸ਼ੁਭ ਭਾਗਾਂ ਦੀ ਸ਼ੁਭ ਲਿਖਤਣੀ ਸ਼ੁਭ ਭੁਗਤਣੀ ਕਰਾਉਂਦੀ ਹੈ। ਇਹ ਸ਼ੁਭ ਭੁਗਤਣੀ ਸ਼ੁਭ ਲੀਨਤਾ ਕਰਾਉਂਦੀ ਹੈ। ਭੁਗਤ ਮੁਕਤ ਦੇ ਦਾਤੇ ਓਤ ਪੋਤ ਅਭੇਦੀ ਗੁਰੂ ਕਰਤਾਰ ਦੇ ਸਰੂਪ ਵਿੱਚ। ਜਿਸ ਜਗਿਆਸੂ ਦਾ ਅਤ ਉੱਤਮ ਅਤੇ ਉਗਰ ਭਾਗ ਹੁੰਦਾ ਹੈ, ਸੋਈ ਗੁਰੂ ਦਾ ਸਿੱਖ ਸੇਵਕ ਸਿੰਘ ਬਣਦਾ ਹੈ ਅਤੇ ਗੁਰੂ ਸਿੱਖ ਸੇਵਕ ਬਣ ਕੇ ਅਤੁੱਟ ਨਾਮ ਅਭਿਆਸ ਕਮਾਈਆਂ ਰੂਪੀ ਸੱਚੀ ਸੇਵਾ ਵਿਖੇ ਤਤਪਰ ਹੋ ਕੇ ਜੁਟਦਾ ਹੈ ਅਤੇ ਸਤਿਗੁਰੂ ਦੇ ਪਰਮ ਪ੍ਰਸਾਦ ਕਰ ਨਿਸ਼ਕਾਮ ਅਤੇ ਨਿਰਮਾਣ ਗੁਰਭਗਤ ਸੇਵਾ ਵਿੱਚ ਜੁਟ ਕੇ ਜੀਵਨ ਮੁਕਤ ਹੋ ਜਾਂਦਾ ਹੈ। ਇਹ ਜੀਵਨ ਮੁਕਤੀ ਦਾ ਪਰਮ ਪਦ ਗੁਰਪ੍ਰਸਾਦੀ ਹੀ ਪ੍ਰਾਪਤ ਹੁੰਦਾ ਹੈ। ਇਹ ਗੁਰੂ ਦਾ ਪ੍ਰਸਾਦ ਅਤ ਉਜਲਾ ਅਤੇ ਉੱਚਾ ਜਗਿਆਸੂ ਜਨ ਦਾ ਕਰਮ ਭਾਗ ਹੈ। ਯਥਾ ਗੁਰਵਾਕ ਕਰਮ ਹੋਵੇ ਤਾਂ ਸੇਵਾ ਕਰੈ, ਗੁਰਪ੍ਰਸਾਦੀ ਜੀਵਤ ਮਰੈ। ਬਸੰਤ ਮਹਲਾ ਤੀਜਾ। ਘਰ ਪਹਿਲਾ ਦੁੱਤਕੇ। ਅਜਿਹੇ ਉਗਰ ਭਾਗ ਉਦੇ ਹੋਣ ਤੋਂ ਬਿਨਾਂ ਸਾਰੀ ਲੁਕਾਈ ਭਰਮ ਭੁਲਾਈ ਹੀ ਫਿਰਦੀ ਹੈ। ਇਸ ਵਿੱਚ ਰੰਚਕ ਸੰਦੇਹ ਨਹੀਂ ਕਿ ਸ਼ੁਭ ਕਰਮ ਹੀ ਸ਼ੁਭ ਭਾਗ ਦੇ ਲਖਾਇਕ ਅਤੇ ਸੂਚਕ ਹਨ। ਸ਼ੁਭ ਕਰਮਾਂ ਦੇ ਲੇਖ ਕਰਮ ਵਿਧਾਤੇ ਅਤੇ ਕਰਮ ਫਲ ਪ੍ਰਦਾਤੇ ਸ੍ਰੀ ਅਕਾਲ ਪੁਰਖ ਦੇ ਅਟਲ ਹੁਕਮ ਅਨੁਸਾਰ ਪਿਛਲੇ ਜਨਮਾਂ ਦੇ ਅੰਕੁਰਕ ਹੋਣ ਕਰ ਨਵੀਨ ਜਨਮ ਮਿਲਣ ਪਰ ਜਗਿਆਸੂ ਜਨ ਦੇ ਮਸਤਕ ਤੇ ਲਿਖੇ ਜਾਂਦੇ ਹਨ, ਜਿਨ੍ਹਾਂ ਦਾ ਸੰਕੇਤਕ ਨਾਮ ਭਾਗ ਹੋ ਜਾਂਦਾ ਹੈ। ਸੋ ਭਾਗ ਸੁਲੱਖਣੇ ਕਰਮਾਂ ਦਾ ਭੁਗਤਾ ਹਰ ਇੱਕ ਜਗਿਆਸੂ ਜਨ ਜਨਮ ਤੋਂ ਹੀ ਹੋ ਜਾਂਦਾ ਹੈ।
ਜਿਨ੍ਹਾਂ ਦੀ ਜਨਮ ਤੋਂ ਕੁਦਰਤੀ ਮਨ ਰੁਚੀ ਭਗਤੀ ਭਾਵ ਵੱਲ ਹੁੰਦੀ ਹੈ, ਉਹਨਾਂ ਦੇ ਸ਼ੁਭ ਮਸਤਕੀ ਭਾਗ ਹੀ ਮੁੱਢ ਤੋਂ ਸ਼ੁਭ ਸੁਰਤੀਗਤੇ ਹੁੰਦੇ ਹਨ। ਇਹ ਭਗਤੀ ਮਾਰਗ ਵਾਲਾ ਜਨਮ ਬਤੀਤਣੋਂ ਰਹਿ ਨਹੀਂ ਸਕਦੇ। ਉਹਨਾਂ ਦੇ ਇਸ ਜਨਮ ਅੰਦਰ ਨਦਰ ਕਰਮੀ ਇੱਕ ਸ਼ੁਆ ਮਾਤਰ ਹੀ ਮੁਕਤਗਤ ਉੱਚ ਕਲਿਆਣਕਾਰੀ ਤੱਤ ਭਗਤੀ ਦਾ ਤੱਤ ਫਲ ਅਰਪਾਉਣ ਨੂੰ ਸਮਰੱਥ ਹੋਇਆ ਆਉਂਦੀ ਹੈ। ਉਹ ਗੁਰੂ ਘਰ ਵਿਖੇ ਆ ਕੇ ਅੰਮ੍ਰਿਤ ਛਕਣ ਸਮੇਂ ਪਹਿਲੀ ਪਾਣ ਗੁੜਤੀ ਦੇ ਅੰਮ੍ਰਿਤ ਛਾਂਦੇ ਨਾਲ ਤ੍ਰਿਪਤ ਹੋ ਕੇ ਰਸ ਜੋਤ ਪ੍ਰਗਾਸੀ ਆਨੰਦ ਮਾਣਨ ਵਾਲੇ ਹੋ ਜਾਂਦੇ ਹਨ। ਇਹ ਤਤ ਫਰਤੀ ਆਤਮ ਵਿਵਸਥਾ ਦਾ ਬਿਜਲੰਕਾਰੀ ਉਮਗਾਓ ਉਹਨਾਂ ਦੇ ਭਾਗਾਂ ਦਾ ਪਸਰਾਓ ਹੀ ਹੁੰਦਾ ਹੈ। ਇਹਨਾਂ ਭਾਗਾਂ ਬਿਹੂਣੋਂ ਆਮ ਦੁਨੀਆ ਭਰਮ ਭੁਲਾਈ ਹੀ ਫਿਰਦੀ ਰਹਿੰਦੀ ਹੈ ਅਤੇ ਮੋਹ ਮਮਤਾ ਦੇ ਮਾਇਆਵੀ ਗੇੜ ਵਿੱਚ ਪੈ ਕੇ ਬਹੁਤ ਹੀ ਦੁੱਖਾਮਈ ਜਨਮ ਜਨਮਾਂਤਰੀ ਧੱਕੇ ਖਾਂਦੀ ਹੈ। ਯਥਾ ਗੁਰਵਾਕ ਬਿਨ ਕਰਮਾ ਸਭ ਭਰਮ ਭੁਲਾਈ, ਮਾਇਆ ਮੋਹ ਬਹੁਤ ਦੁੱਖ ਪਾਈ। ਬਸੰਤ ਮਹਲਾ ਤੀਜਾ। ਜਿਨ੍ਹਾਂ ਜਗਿਆਸੂਆਂ ਦਾ ਪਰਾ ਪੂਰਬਲਾ ਮਸਤਕ ਲਿਖਤੀ ਭਾਗ ਕਰਮ ਖੁੱਲਦਾ ਹੈ, ਉਹਨਾਂ ਦੇ ਅੰਤਰ ਆਤਮੇ ਅੰਮ੍ਰਿਤ ਛਕਣ ਸਾਰ ਹੀ ਸੁਧਾ ਮੰਤਰੀ ਜਾਗ ਲੱਗ ਜਾਂਦਾ ਹੈ ਅਤੇ ਜੋਤ ਪ੍ਰਕਾਸ਼ ਦਾ ਖੇੜਾ ਹੋ ਜਾਂਦਾ ਹੈ। ਗੁਰ ਸ਼ਬਦ ਮੰਤਰ ਉਹਨਾਂ ਨੂੰ ਅਮਿਓ ਰਸਾਇਣੀ ਮਿਠਾਸ ਵਾਲਾ ਹੋ ਕੇ ਸੰਜੀਵਨਤ ਹੋ ਜਾਂਦਾ ਹੈ। ਇਸ ਸ਼ਬਦ ਗੁਰਮੀਠੇ ਦੇ ਪ੍ਰਭਾਵ ਕਰਕੇ ਤਿਨਾਂ ਦੀ ਅਭਿਆਸ ਕਲਾ ਵੀ ਅੰਮ੍ਰਿਤਸਰ ਸ਼ਾਰੀ ਅਤ ਮਿੱਠ ਮਿਠਾਰੀ ਹੋ ਜਾਂਦੀ ਹੈ, ਜਿਸ ਦੇ ਜ਼ੋਰ ਤਾਣ ਕਰ ਖਿਨ ਖਿਨ ਨਾਮ ਅਭਿਆਸ ਕਲਾ ਜ਼ੋਰੋ ਜ਼ੋਰ ਵੱਧਦੀ ਤੇ ਹੋਰੋ ਹੋਰ ਵੱਧ ਵਧੇਰੇ ਆਤਮ ਰੰਗ ਖੇਡਦੀ ਹੈ। ਜਿਸ ਜੋਤ ਪ੍ਰਕਾਸ਼ ਦੇ ਖਿਨੋ ਖਿਨ ਵਧੰਦੇ ਰਸ ਜੋਤ ਸਪਰਸੀਏ ਪਾਰਸ ਖੇੜੇ ਦੇ ਪ੍ਰਭਾਵ ਕਰ ਉਸ ਨੂੰ ਆਪਣੇ ਘਟ ਵਿਖੇ ਅਤੇ ਹਰ ਪ੍ਰਾਣੀ ਦੇ ਘਟ ਵਿਖੇ ਜੋਤ ਜੋਤੀਸ਼ਰ ਵਾਹਿਗੁਰੂ ਪ੍ਰਤਿਬਿੰਬਿਤ ਨਜ਼ਰੀ ਆਉਂਦਾ ਹੈ, ਪ੍ਰਤੱਖ ਦਿਸਦਾ ਹੈ, ਜੈਸਾ ਕਿ ਇਸ ਗੁਰਵਾਕ ਦਾ ਭਾਵ ਹੈ। ਮੇਰਾ ਮਨ ਸ਼ਬਦ ਲੱਗੋ ਗੁਰ ਮੀਠਾ, ਖੁੱਲਿਓ ਕਰਮ ਭਇਓ ਪਰਗਾਸਾ, ਘਟ ਘਟ ਹਰ ਹਰ ਡੀਠਾ। ਰਹਾਓ। ਸਾਰੰਗ ਮਹਲਾ ਪੰਜਵਾਂ। ਵਾਹਿਗੁਰੂ ਦੇ ਦਰਸ਼ਨਾਂ ਦਾ ਉਦਮ ਕਰਨਾ ਉੱਤਮ ਜਗਿਆਸੂ ਜਨ ਦੀ ਸ੍ਰਿਸ਼ਟ ਸਿਫਾਤੀ ਅੰਦਰ ਮਨਹ ਲੱਖ ਹੁੰਦਾ ਹੈ। ਉਹ ਦਰਸ਼ਨਾਂ ਦੇ ਉਦਮ ਕੀਤੇ ਬਿਨਾਂ ਰਹਿ ਨਹੀਂ ਸਕਦਾ। ਗੁਰਬਾਣੀ ਅੰਦਰ ਆਏ ਹੁਕਮ ਰੂਪ ਸਤਿਗੁਰੂ ਬਚਨਾਂ ਨੂੰ ਕਮਾਉਂਦਾ ਹੈ ਅਤੇ ਕਮਾਉਣ ਵਿੱਚ ਰੰਚਕ ਆਲਸ ਨਹੀਂ ਕਰਦਾ, ਨਾ ਹੀ ਬਿਲਮਤਾ ਦਿੰਦਾ ਹੈ। ਇਹ ਉਦਮ ਉਸ ਦੇ ਮੱਥੇ ਲਿਖੇ ਸ਼ੁਭ ਕਰਮ ਭਾਗ ਹੀ ਕਰਾਉਂਦੇ ਹਨ। ਪਰ ਫੇਰ ਵੀ ਉਹ ਗੁਰਮੁਖ ਜਨ ਵਾਹਿਗੁਰੂ ਦੀਆਂ ਨਦਰ ਕਰਮੀ ਮਿਹਰਾਂ ਦਾ ਹੀ ਪਾਤਰ ਬਣਿਆ ਰਹਿੰਦਾ ਹੈ ਅਤੇ ਜਦੋਂ ਦਰਸ਼ਨਾਂ ਦੀ ਪ੍ਰਾਪਤੀ ਹੁੰਦੀ ਹੈ ਤਦੋਂ ਉਹ ਇਹ ਸਭ ਕੁਝ ਉਸ ਦੀ ਨਦਰਾਂ ਦਾ ਸਦਕਾ ਹੀ ਜਾਣਦਾ ਹੈ। ਇੱਕ ਨਿਮਖ ਮਾਤਰ ਵੀ ਉਸ ਦੇ ਹਿਰਦੇ ਅੰਦਰ ਇਹ ਕਫੁਰਨੀ ਨਹੀਂ ਫੁਰਦੀ ਕਫੁਰਦੀ ਕਿ ਇਹ ਦਰਸ਼ਨ ਝਾਕਾ ਉਸ ਦੀ ਆਪਣੀ ਘਾਲਣਾ ਦਾ ਸਦਕਾ ਹੈ। ਇਸ ਨੂੰ ਉਹ ਫੈਜ਼ ਗੁੰਜਾਰੀ ਰਹਿਮਤਾਈ ਭਾਗਾਂ ਦਾ ਜ਼ਹੂਰ ਹੀ ਜਾਣਦਾ ਹੈ ਅਤੇ ਮਨ ਬਚ ਕਰਮ ਕਰਕੇ ਜਾਣਦਾ ਹੈ, ਜੈਸਾ ਕਿ ਇਸ ਗੁਰਵਾਕ ਦਾ ਤਤ ਆਸ਼ਾ ਹੈ। ਉਦਮ ਕਰੋ ਦਰਸ਼ਨ ਪੇਖਨ ਕਉ, ਕਰਮ ਪ੍ਰਾਪਤ ਹੋਏ। ਸਾਰੰਗ ਮਹਲਾ ਪੰਜਵਾਂ। ਇਸ ਗੁਰਵਾਕੀ ਤੁਕ ਅੰਦਰ ਕਰਮ ਦਾ ਭਾਵ ਅਰਥ ਸਪਸ਼ਟ ਭਾਗ ਸ਼ੁਭ ਨਸੀਬਾ ਭਾਗ ਹੈ। ਜੋਤ ਪ੍ਰਕਾਸ਼ੀਏ ਗੁਰਮੁਖ ਜਨਾਂ ਦਾ ਦਰਸ਼ਨ ਵੀ ਕਰਮਾਂ ਭਾਗਾਂ ਨਾਲ ਹੀ ਪ੍ਰਾਪਤ ਹੁੰਦਾ ਹੈ। ਐਵੇਂ ਨਹੀਂ, ਉਦਮ ਵੀ ਉਹਨਾਂ ਦਾ ਬਰ ਹੱਕ ਹੈ, ਪਰ ਪ੍ਰਾਪਤੀ ਦਰਸ਼ਨ ਦੀ ਭਾਗਾਂ ਸੇਤੀ ਹੀ ਹੈ। ਜਿਨ੍ਹਾਂ ਦੇ ਮਸਤਕ ਭਾਗ ਹੁੰਦਾ ਹੈ ਉਹੀ ਵਾਹਿਗੁਰੂ ਨਾਮ ਨੂੰ ਜਪਦੇ ਹਨ। ਨਿਗੁਰੇ ਨਰ ਨਾਰੀ ਨਾਮ ਨਹੀਂ ਜਪ ਸਕਦੇ। ਪਰਮਾਰਥੀ ਗੁਰਮਤ ਅਸੂਲ ਪੱਕਾ ਹੈ ਕਿ ਨਿਗੁਰਿਆਂ ਨੂੰ ਨਾਮ ਹੀ ਪ੍ਰਾਪਤ ਨਹੀਂ ਹੁੰਦਾ। ਜਪਣਾ ਤਾਂ ਉਹਨਾਂ ਨੇ ਕੀ ਸੀ। ਜਿਨ੍ਹਾਂ ਦਾ ਭਾਗ ਉਦੇ ਹੁੰਦਾ ਹੈ ਉਹ ਗੁਰੂ ਨਾਨਕ ਦੇ ਘਰ ਦਰ ਸ਼ਰਨੀ ਆਏ ਪੈਂਦੇ ਹਨ। ਤਿੱਥੇ ਉਹ ਸਗੁਰੇ ਬਣ ਕੇ ਗੁਰਮੰਤਰ ਗੁਰਦੀਖਿਆ ਲੈਂਦੇ ਹਨ। ਤਦ ਉਹ ਨਾਮ ਜਪਣ ਜੋਗੇ ਹੁੰਦੇ ਹਨ। ਬੇਪੀਰਿਆਂ ਨਿਗੁਰਿਆਂ ਨੂੰ ਨਾਮ ਨਹੀਂ ਮਿਲਦਾ ਅਤੇ ਸਗੁਰਾ ਉਹੀ ਹੁੰਦਾ ਹੈ ਜਿਸ ਦੇ ਭਾਗ ਖੁੱਲਣ। ਯਥਾ ਗੁਰਵਾਕ। ਨਾਨਕ ਕਰਮ ਹੋਵੈ ਜਪੀਐ ਕਰ ਗੁਰ ਪੀਰ, ਸੱਚ ਸਮਾਵੈ ਇਹ ਸਰੀਰ। ਮਲਾਰ ਮਹਲਾ ਪਹਿਲਾ। ਗੁਰਮਤਿ ਨਾਮ ਜਪਦੇ ਜਪਦੇ ਵਡਭਾਗੀਆਂ ਦਾ ਮਨ ਵੀ ਤੇ ਤਨ ਵੀ ਸੱਚੇ ਵਾਹਿਗੁਰੂ ਦੇ ਸਰੂਪ ਵਿੱਚ ਸਮਾ ਜਾਂਦਾ ਹੈ। ਪਹਿਲਾਂ ਨਾਮ ਦੇ ਜੋਤ ਤਰੰਗੀ ਸਰੋਵਰ ਵਿੱਚ ਤਾਰੀਆਂ ਲਾ ਕੇ ਤ੍ਰਿਬੁੱਢ ਹੋ ਜਾਂਦਾ ਹੈ। ਫੇਰ ਨਾਮੀ ਵਾਹਿਗੁਰੂ ਸੇਤੀ ਇਕਮਿਕ ਹੋਏ ਸਮਾਉਂਦਾ ਹੈ। ਪੂਰਾ ਸ਼ਬਦ ਵਾਹਿਗੁਰੂ ਪੂਰੇ ਭਾਗਾਂ ਕਰਮਾਂ ਨਾਲ ਹੀ ਧਿਆਇਕੈ ਮਨ ਵਸਾਇਆ ਜਾਂਦਾ ਹੈ। ਪੂਰਾ ਕਰਮ ਧਿਆਏ ਪੂਰਾ ਸ਼ਬਦ ਮਨ ਵਸਾਇਆ। ਵਾਰ ਮਲਾਰ ਕੀ ਪੌੜੀ 18ਵੀਂ। ਪੂਰੇ ਸਤਿਗੁਰੂ ਗੁਰੂ ਨਾਨਕ ਦੀਆਂ ਵੱਡੀਆਂ ਵਡਿਆਈਆਂ ਹਨ, ਪਰੰਤੂ ਵੱਡੇ ਭਾਗਾਂ ਨਾਲ ਪੂਰੇ ਕਰਮਾਂ ਸੇਤੀ ਹੀ ਐਸਾ ਸੱਚਾ ਸਤਿਗੁਰੂ ਪਾਇਆ ਜਾ ਸਕਦਾ ਹੈ। ਨਹੀਂ ਤਾਂ ਭਾਗਹੀਣ ਭੌਂਦੂ ਭੇਖੀ ਅਤੇ ਡਿੰਬੀ ਅਲਪਗ ਦੇਹਧਾਰੀ ਗੁਰੂਆਂ ਪਾਸ ਹੀ ਭੌਂਦੇ ਭਰਮਦੇ ਫਿਰਦੇ ਹਨ। ਆਪਣਾ ਜਨਮ
ਬਿਰਥਾ ਹੀ ਗਵਾ ਲੈਂਦੇ ਹਨ। ਫਿਰ ਉਹਨਾਂ ਨੂੰ ਬਹੁਤੇ ਜਨਮਾਂ ਵਿੱਚ ਭਰਮਣਾ ਪੈਂਦਾ ਹੈ। ਓੜਕ ਮੁੜ ਘਿੜ ਕੇ ਜਦੋਂ ਵੀ ਇਸ ਜੀਵ ਦੀ ਕਲਿਆਣ ਹੋਣੀ ਹੈ ਤਾਂ ਗੁਰੂ ਨਾਨਕ ਸਾਹਿਬ ਦੇ ਘਰੋਂ ਹੀ ਹੋਣੀ ਹੈ। ਜਿਸ ਦਾ ਭਾਗ ਖੁੱਲਦਾ ਹੈ ਉਹੀ ਸੱਚੇ ਸਤਿਗੁਰੂ ਦੇ ਦਰੋਂ ਘਰੋਂ ਵਰੋਸਾਉਂਦਾ ਹੈ। ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਭਾਈ, ਕਰਮ ਮਿਲੈ ਤਾਂ ਪਾਏ। ਸ਼ਲੋਕ ਮਹਲਾ ਤੀਜਾ। ਧੁਰੋਂ ਬਖਸ਼ਿਸ਼ ਵਾਲੇ ਭਾਗ ਕਰਮ ਜਿਨ੍ਹਾਂ ਦੇ ਜਾਗ ਪਏ ਹਨ, ਉਹਨਾਂ ਨੂੰ ਸੱਚੇ ਵਾਹਿਗੁਰੂ ਦੀ ਪ੍ਰਾਪਤੀ ਹੁੰਦਿਆਂ ਇੱਕ ਬਿਲਮ ਨਹੀਂ ਲੱਗਦੀ। ਇਸ ਬਖਸ਼ਿਸ਼ ਨੂੰ ਕੋਈ ਮੇਟ ਨਹੀਂ ਸਕਦਾ। ਕਰਮ ਮਿਲੈ ਸੱਚ ਪਾਈਐ, ਧੁਰ ਬਖਸ਼ ਨ ਮੇਟੈ ਕੋਏ। ਸ੍ਰੀ ਰਾਗ ਮਹਲਾ ਪਹਿਲਾ। ਗੁਰਮੁਖਾਂ ਦੀ ਸੰਗਤ ਦਾ ਮਿਲਣਾ ਵੀ ਭਾਗਾਂ ਕਰਕੇ ਹੀ ਹੈ ਤੇ ਸਤਸੰਗ ਰੂਪੀ ਸਥਾਨ ਵਿਖੇ ਬੈਠ ਕੇ ਅਤੇ ਗੁਰਮੁਖਾਂ ਪਿਆਰਿਆਂ ਨਾਲ ਰਲ ਮਿਲ ਕੇ ਵਾਹਿਗੁਰੂ ਦੇ ਗੁਣ ਗਾਵਣ ਨਾਲ ਦਾਤਾ ਦਿਆਲ ਹੁੰਦਾ ਹੈ। ਇਹ ਦਿਆਲਤਾ ਵਾਹਿਗੁਰੂ ਨਾਲ ਮੇਲਣ ਦੀ ਸਫਲ ਸੁਭਾਗਤਾ ਹੈ। ਕਰਮ ਹੋਵੈ ਸਤਸੰਗ ਮਿਲਾਏ, ਹਰ ਗੁਣ ਗਾਵੈ ਬਹਿ ਸੁਥਾਏ। ਰਹਾਉ। ਗੌੜੀ ਗੁਆਰੇਰੀ ਮਹਲਾ ਤੀਜਾ। ਸਗੁਰੇ ਜਗਿਆਸੂ ਦਾ ਅਪਣਾਇਆ ਹੋਇਆ ਸਤਿਗੁਰੂ ਗੁਰੂ ਨਾਨਕ ਦਸ਼ਮੇਸ਼ ਤਿਸ ਨੂੰ ਟੁੱਟ ਕੇ ਨਾਮ ਦੀ ਦਾਤ ਦਿੰਦਾ ਹੈ। ਉਸ ਦੇ ਮਸਤਕ ਉੱਤੇ ਇਸ ਨਾਮ ਪ੍ਰਾਪਤੀ ਦੇ ਭਾਗ ਦੀ ਰੇਖਾ ਪਹਿਲਾਂ ਹੀ ਲਿਖੀ ਹੁੰਦੀ ਹੈ। ਨਾਮ ਗੁਰ ਦਿਓ ਹੈ ਆਪਣੈ, ਜਾ ਕੈ ਮਸਤਕ ਕਰਮਾ। ਨਾਮ ਦੜਾਵੈ ਨਾਮ ਜਪਾਵੈ, ਤਾਕਾ ਜੁਗ ਮੈਂ ਧਰਮਾ। ਧਨਾਸਰੀ ਮਹਲਾ ਪੰਜਵਾਂ। ਐਸੀ ਦਾਤ ਬਖਸ਼ਾਂਦਾ ਬਖਸ਼ਿਆ ਹੋਇਆ ਗੁਰਮੁਖ ਜਨ ਆਪਣੇ ਕਰਮੀ ਕਮਲ ਜਮਾਲ ਦੇ ਕ੍ਰਿਸ਼ਮੇ ਨਾਲ ਹੋਰਨਾਂ ਸੰਗੀਆਂ ਨੂੰ ਵੀ ਨਾਮ ਤਰੰਗਤਾ ਦੀ ਪ੍ਰੇਰਨਾ ਕਰਕੇ ਪੰਜਾਂ ਪਿਆਰਿਆਂ ਦੀ ਸ਼ਰਣਾਗਤ ਲਿਆ ਕੇ ਗੁਰੂ ਸਮਰੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰੋਂ ਨਾਮ ਦਿਵਾਉਂਦਾ, ਨਾਮ ਜਪਾਉਂਦਾ ਅਤੇ ਨਾਮ ਦੜਾਉਂਦਾ ਹੈ। ਇਸ ਕਲਯੁਗ ਵਿਖੇ ਇਹੋ ਪੁੰਨ ਧਰਮ ਅਜਿਹੇ ਗੁਰਮੁਖਾਂ ਨੇ ਖਟਿਆ ਹੈ। ਇਹ ਪੁੰਨ ਧਰਮ ਕਰਮ ਉਹਨਾਂ ਦਾ ਸੱਚਾ ਧਰਮ ਆਹਰ ਹੋ ਗਿਆ ਹੈ। ਲਿਖਤ ਲਿਲਾਟੀ ਕਰਮਾਂ ਭਾਗਾਂ ਦੀ ਸੱਚੀ ਖੇਡ ਹੈ। ਜਿਸ ਨੂੰ ਖਿਡਾਏ ਉਹੀ ਖੇਡਦਾ ਹੈ।